A very good morning to my dear students. Today we are going to learn about the next topic of chapter theory of demand, that is difference between change in demand and change in quantity demanded. देखो change in demand मतलब demand पूरी दी पूरी change हुई है. चेंज इन क्वांटिटी डिमांडेड सिर्फ ਉਹਦੇ यूनिट्स 'ਚ चेंज ਹੋਏ ਪਹਿਲਾਂ ਜਾਂ ਤੇ ਅਸੀਂ 5 यूनिट्स ਲਵਾਂਗੇ ਜਾਂ 10 ਲਵਾਂਗੇ 20 ਲਵਾਂਗੇ ਇਹਦੇ ਵਿੱਚ यूनिट्स ਨੇ ਆਣਾ ਹੀ ਆਣਾ. ਚੇਂਜ ਇਨ ਡਿਮਾਂਡ ਦਾ ਮਤਲਬ ਡਿਮਾਂਡ ਪੈਟਰਨ ਪੂਰਾ ਦਾ ਪੂਰਾ ਇਹਦੇ ਵਿੱਚ ਚੇਂਜ ਹੋਇਆ ਜਾਂ ਤੇ ਅਸੀਂ ਚੀਜ਼ ਲਵਾਂਗੇ ਜਾਂ ਅਸੀਂ ਚੀਜ਼ ਨਹੀਂ ਲਵਾਂਗੇ. ਹੁਣ ਚੇਂਜ ਇਨ ਡਿਮਾਂਡ ਵਾਲਾ ਦਾ ਅਦਰ ਮੀਨਿੰਗ ਕੀ ਹੈ? ਸ਼ਿਫਟਿੰਗ ਆਫ ਡਿਮਾਂਡ ਕਰਵ. ਐਂਡ ਚੇਂਜ ਇਨ ਕੁਆਂਟਿਟੀ ਡਿਮਾਂਡਡ ਦਾ ਮੀਨਿੰਗ ਹੈ ਮੂਵਮੈਂਟ ਅਲੋਂਗ ਡਿਮਾਂਡ ਕਰਵ. First we will do the meaning of change in demand. When demand changes, when the demand of a good changes due to change in other factors except own price of good. Price of a good ਨੂੰ ਨਹੀਂ ਕੰਸੀਡਰ ਕਰਨਾ ਪਰ ਬਾਕੀ ਸਾਰੇ ਫੈਕਟਰਸ ਮਤਲਬ ਪ੍ਰਾਈਸ ਆਫ ਸਬਸਟੀਟਿਊਟ ਗੁੱਡਸ, ਕੰਪਲੀਮੈਂਟਰੀ ਗੁੱਡਸ, ਇਨਕਮ, ਟੇਸਟ ਐਂਡ ਪ੍ਰੈਫਰੈਂਸਿਸ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜਦੋਂ ਫਰਕ ਪੈਂਦਾ ਹੈ ਪ੍ਰਾਈਸ ਕੀ ਹੈ ਗੁੱਡ ਦਾ ਸੀ ਉਹ ਨਹੀਂ ਦੇਖਣਾ, ਫਾਲ ਹੋਇਆ ਰਾਈਜ਼ ਹੋ ਗਿਆ ਸੀ ਉਹਨੂੰ ਨਹੀਂ ਦੇਖਣਾ, ਪ੍ਰਾਈਸ ਰਿਮੇਨਸ ਕਨਸਟੈਂਟ. ਬਟ ਅਸੀਂ ਅਦਰ ਫੈਕਟਰਸ ਦੇ ਕਾਰਨ ਜਦੋਂ ਤੁਸੀਂ ਡਿਮਾਂਡ ਚੇਂਜ ਕਰਦੇ ਹੋ ਉਹਨੂੰ ਅਸੀਂ ਕੀ ਕਹਿੰਦੇ ਆ? ਚੇਂਜ ਇਨ ਡਿਮਾਂਡ ਕਹਿੰਦੇ. ਫੋਰ ਐਗਜ਼ਾਮਪਲ ਯੂ ਆਰ ਇਨ ਫੇਵਰ ਆਫ ਅ ਗੁੱਡ, ਉਹਦਾ ਪ੍ਰਾਈਸ ਨਹੀਂ ਤੁਸੀਂ ਉਹਦਾ ਕੰਸੀਡਰ ਕੀਤਾ ਬਟ ਤੁਸੀਂ ਉਹ ਚੀਜ਼ ਲੈਣੀ ਹੈ ਬਿਕੋਜ਼ ਯੂ ਫਾਈਂਡ ਇਟ ਅ ਵੈਰੀ ਟੇਸਟੀ, ਤੇ ਉਹ ਚੀਜ਼ ਤੁਸੀਂ ਲਓਗੇ ਉਹਨੂੰ ਅਸੀਂ ਕੀ ਕਵਾਂਗੇ? ਚੇਂਜ ਇਨ ਡਿਮਾਂਡ ਕਵਾਂਗੇ. ਹੁਣ ਸਮਰਸ ਦੇ ਕਲੋਥਸ ਨਹੀਂ ਲੈ ਰਹੇ ਤੁਸੀਂ ਵਿੰਟਰਸ ਦੇ ਵਿੱਚ ਕਿਉਂਕਿ ਜਿਹੜਾ ਕਲਾਈਮੈਟਿਕ ਚੇਂਜ ਕਾਰਨ ਯੂ ਆਰ ਮੂਵਿੰਗ ਟੂਵਰਡਸ ਵੂਲਨਸ ਦੀ ਤੁਸੀਂ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ. ਪ੍ਰਾਈਸ ਆਫ ਸਮਰ ਗੁੱਡਸ ਦੇ ਉੱਪਰ ਕੋਈ ਫਰਕ ਨਹੀਂ ਪਿਆ ਇਹ, ਬਟ ਸਮਰ ਗੁੱਡਸ ਦੀ ਡਿਮਾਂਡ ਕੀ ਹੋ ਗਈ? ਘਟ ਗਈ. ਇਹਨੂੰ ਅਸੀਂ ਕੀ ਕਹਿੰਦੇ ਆ? ਚੇਂਜ ਇਨ ਡਿਮਾਂਡ ਕਹਿੰਦੇ ਆ. ਇਹ ਸਮਝ ਲੱਗ ਗਈ ਗੱਲ ਕਿ ਨਹੀਂ? ਵੈਨ ਡਿਮਾਂਡ ਚੇਂਜਸ ਡਿਊ ਟੂ ਚੇਂਜ ਇਨ ਅਦਰ ਫੈਕਟਰਸ, ਬਟ ਕਿਹੜੇ ਫੈਕਟਰ ਨੂੰ ਛੱਡ ਕੇ? ਐਕਸੈਪਟ ਓਨ ਪ੍ਰਾਈਸ ਆਫ ਗੁੱਡ ਨੂੰ ਛੱਡ ਕੇ ਜਦੋਂ ਚੇਂਜਸ ਹੁੰਦੇ ਡੈਟ ਇਜ਼ ਨੋਨ ਐਜ਼ ਚੇਂਜ ਇਨ ਡਿਮਾਂਡ. ਹੁਣ ਨਾਓ ਮੂਵਿੰਗ ਟੂਵਰਡਸ ਚੇਂਜ ਇਨ ਕੁਆਂਟਿਟੀ ਡਿਮਾਂਡਡ. ਕੁਆਂਟਿਟੀ ਡਿਮਾਂਡਡ ਵਾਸਤੇ ਕੀ ਕਹਿੰਦੇ ਨੇ? ਉਹ ਕਹਿੰਦੇ ਅਦਰ ਫੈਕਟਰਸ ਰਿਮੇਨਸ ਕਨਸਟੈਂਟ. ਸਾਰੇ ਫੈਕਟਰਸ ਕਨਸਟੈਂਟ ਹੈ. ਇਨਕਮ, ਟੇਸਟ ਐਂਡ ਪ੍ਰੈਫਰੈਂਸਿਸ ਜੋ ਅਸੀਂ ਲਾਅ ਆਫ ਡਿਮਾਂਡ 'ਚ ਕਿਹਾ ਸੀ, ਸਾਰੇ ਫੈਕਟਰਸ ਕਨਸਟੈਂਟ ਰਹਿਣ. ਹੁਣ ਡਿਮਾਂਡ ਚੇਂਜ ਹੋਵੇ ਜਦੋਂ ਚੇਂਜ ਇਨ ਪ੍ਰਾਈਸ ਹੋ ਰਿਹਾ, ਜਦੋਂ ਪ੍ਰਾਈਸ ਰਾਈਜ਼ ਹੋ ਜਾਵੇ ਉਦੋਂ ਕੁਆਂਟਿਟੀ ਡਿਮਾਂਡਡ ਫਾਲ ਹੋ ਜਾਏ, ਜਦੋਂ ਪ੍ਰਾਈਸ ਫਾਲ ਹੋ ਜਾਏ ਕੁਆਂਟਿਟੀ ਡਿਮਾਂਡਡ ਰਾਈਜ਼ ਹੋ ਜਾਏ. ਇਹਨੂੰ ਅਸੀਂ ਕੀ ਕਹਿੰਦੇ? ਦਿਸ ਇਜ਼ ਨੋਨ ਐਜ਼ ਚੇਂਜ ਇਨ ਕੁਆਂਟਿਟੀ ਡਿਮਾਂਡਡ. ਜਦੋਂ ਵੀ ਕੁਆਂਟਿਟੀ ਡਿਮਾਂਡਡ ਆਏਗਾ ਉਹਦੇ ਵਾਸਤੇ ਰਿਸਪੌਂਸਿਬਲ ਕੌਣ ਹੋ ਗਿਆ? ਓਨ ਪ੍ਰਾਈਸ ਆਫ ਗੁੱਡ. ਐਂਡ ਜੇ ਚੇਂਜ ਇਨ ਕੱਲਾ ਡਿਮਾਂਡ ਆਏਗਾ ਉਹਦੇ ਵਾਸਤੇ ਕੌਣ ਰਿਸਪੌਂਸਿਬਲ ਹੈ? ਚੇਂਜ ਇਨ ਅਦਰ ਫੈਕਟਰਸ ਜਿਹੜਾ ਹੈਗਾ ਡੈਟ ਇਜ਼ ਰਿਸਪੌਂਸਿਬਲ. ਠੀਕ ਹੈ, ਅਦਰ ਫੈਕਟਰਸ ਰਿਸਪੌਂਸਿਬਲ ਹੁੰਦੇ ਨੇ ਚੇਂਜ ਇਨ ਡਿਮਾਂਡ ਵਾਸਤੇ, ਤੇ ਪ੍ਰਾਈਸ ਕਿਹਦੇ ਵਾਸਤੇ ਰਿਸਪੌਂਸਿਬਲ ਹੈ? ਚੇਂਜ ਇਨ ਕੁਆਂਟਿਟੀ ਡਿਮਾਂਡਡ ਵਾਸਤੇ. ਠੀਕ ਹੈ, ਹੁਣ ਟਾਈਪਸ ਅਸੀਂ ਦੇਖਦੇ ਹਾਂ. ਟਾਈਪਸ ਹੈਗੀਆਂ ਚੇਂਜ ਇਨ ਡਿਮਾਂਡ ਦੀਆਂ ਇਨਕਰੀਜ਼ ਇਨ ਡਿਮਾਂਡ ਐਂਡ ਡਿਕਰੀਜ਼ ਇਨ ਡਿਮਾਂਡ. ਚੇਂਜ ਇਨ ਕੁਆਂਟਿਟੀ ਡਿਮਾਂਡਡ ਵਿੱਚ ਜਾਂ ਤੇ ਅਸੀਂ ਐਕਸਪੈਂਸ਼ਨ ਆਫ ਡਿਮਾਂਡ ਕਹਿੰਦੇ ਜਾਂ ਇਨਕਰੀਜ਼ ਇਨ ਕੁਆਂਟਿਟੀ ਡਿਮਾਂਡਡ. ਸੈਕਿੰਡ ਟਾਈਪ ਹੈ ਕੰਟਰੈਕਸ਼ਨ ਆਫ ਡਿਮਾਂਡ ਜਾਂ ਡਿਕਰੀਜ਼ ਇਨ ਕੁਆਂਟਿਟੀ ਡਿਮਾਂਡਡ. ਫਸਟ ਵੀ ਵਿਲ ਡੂ ਅਬਾਊਟ ਦ ਇਨਕਰੀਜ਼ ਇਨ ਡਿਮਾਂਡ. ਡਿਮਾਂਡ ਦੇ ਇਨਕਰੀਜ਼ ਦੀ ਅਸੀਂ ਗੱਲ ਕਰਨੇ ਆ. ਵੈਨ ਡਿਮਾਂਡ ਇਨਕਰੀਜ਼ਸ ਡਿਊ ਟੂ ਚੇਂਜ ਇਨ ਅਦਰ ਫੈਕਟਰਸ. ਹੁਣ ਕੱਲਾ ਡਿਮਾਂਡ ਹੈਗਾ ਤੇ ਕੌਣ ਰਿਸਪੌਂਸਿਬਲ ਹੋ ਗਿਆ? ਵੈਨ ਡਿਮਾਂਡ ਇਨਕਰੀਜ਼ਸ ਡਿਊ ਟੂ ਚੇਂਜ ਇਨ ਅਦਰ ਫੈਕਟਰਸ ਐਕਸੈਪਟ ਓਨ ਪ੍ਰਾਈਸ ਆਫ ਗੁੱਡ. ਓਨ ਪ੍ਰਾਈਸ ਆਫ ਗੁੱਡ 5 ਵੀ ਇੱਥੇ ਰਿਹਾ ਬਟ ਜਿਹੜੀ ਡਿਮਾਂਡ ਹੈ ਉਹ 10 ਤੋਂ 20 ਯੂਨਿਟਸ 'ਚ ਚਲਾ ਜਾਵੇ. ਕਿਉਂ ਗਈ? ਬਿਕੋਜ਼ ਚੇਂਜ ਇਨ ਅਦਰ ਫੈਕਟਰਸ. ਮਾਈਟ ਵੀ ਲੋਕਾਂ ਦੀ ਇਨਕਮ ਵੱਧ ਗਈ ਹੋਵੇ, ਉਹਨਾਂ ਨੂੰ ਉਹ ਚੀਜ਼ ਪਸੰਦ ਆਣੀ ਸ਼ੁਰੂ ਹੋ ਗਈ, ਸੇਮ ਪ੍ਰਾਈਸ ਉੱਪਰ ਤੁਸੀਂ ਜ਼ਿਆਦਾ ਚੀਜ਼ ਖਰੀਦੀ ਜਾ ਰਹੇ ਹੋ. ਇਹਨੂੰ ਅਸੀਂ ਕੀ ਕਵਾਂਗੇ? ਦਿਸ ਇਜ਼ ਨੋਨ ਐਜ਼ ਇਨਕਰੀਜ਼ ਇਨ ਡਿਮਾਂਡ. ਵਨਸ ਅਗੇਨ ਵੈਨ ਡਿਮਾਂਡ ਇਨਕਰੀਜ਼ਸ 10 to 20 ਯੂਨਿਟਸ ਹੋ ਗਏ ਡਿਊ ਟੂ ਚੇਂਜ ਇਨ ਅਦਰ ਫੈਕਟਰਸ. ਕਿਹਨੂੰ ਛੱਡ ਕੇ? ਪ੍ਰਾਈਸ ਰਿਮੇਨਸ ਕਨਸਟੈਂਟ. ਇਹਨੂੰ ਅਸੀਂ ਕੀ ਕਹਿੰਦੇ ਆ? ਇਨਕਰੀਜ਼ ਇਨ ਡਿਮਾਂਡ. ਹੁਣ ਦੇਖੋ ਇਨਕਰੀਜ਼ ਇਨ ਕੁਆਂਟਿਟੀ ਡਿਮਾਂਡਡ. ਇਨਕਰੀਜ਼ ਇਨ ਕੁਆਂਟਿਟੀ ਡਿਮਾਂਡਡ ਕੀ ਆ ਗਿਆ? ਅਦਰ ਫੈਕਟਰਸ ਰਿਮੇਨਸ ਕਨਸਟੈਂਟ ਵਿਦ ਫਾਲ ਇਨ ਪ੍ਰਾਈਸ. ਪ੍ਰਾਈਸ ਕੀ ਹੋ ਗਿਆ? ਫਾਲ 5 to 1 rupees ਹੋ ਗਿਆ ਐਂਡ ਕੁਆਂਟਿਟੀ ਡਿਮਾਂਡਡ 10 to 20 ਯੂਨਿਟਸ ਹੋ ਜਾਣ. ਅਦਰ ਫੈਕਟਰਸ ਇੱਥੇ ਕੀ ਹੈ? ਕਨਸਟੈਂਟ. Why there was increase in quantity demanded? Because there is fall in price of good from rupees 5 to rupees 1. That is why quantity demanded increases from 10 to 20 units. Increase in demand, so there is no change in price. Increase in quantity demanded, there is fall in price of a good. Quantity demanded आ गया, कौन responsible हो गया? Price of a good. With the fall in price, quantity demanded increases, but सब तो important, other factors remains constant. ਹੁਣ ਅਸੀਂ ਇਹਦੀ diagrammatic presentation we will do that. ਹੁਣ ਦੇਖੋ ਪਿਛਲੇ ਚਾਰਟ ਦੇ ਵਿੱਚ ਕੀ ਸੀ?
ਐਟ ₹5 ਪਹਿਲਾਂ ਕਿੰਨੇ ਲੈ ਰਿਹਾ ਸੀ 10 यूनिट्स की डिमांड सी ਇਹਦਾ मतलब की आ गया डी ਸਾਡੇ को पॉइंट आ गया ए ਦੇ ਉੱਪਰ ਹੁਣ सेम प्राइस ₹5 ਦੇ ਉੱਪਰ क्वांटिटी डिमांडेड कितनी हो गई 20 यूनिट्स हो गई ਇਹਦਾ मतलब न्यू डिमांड कब आ गया डेट इज D1 साढ़े को न्यू डिमांड कब आ गया ਇਹਦਾ मतलब की हो गया शिफ्ट हो गया डिमांड का सो ਇਹਨੂੰ ਅਸੀਂ ਕੀ ਕਹਿੰਦੇ दिस इज नोन एज चेंज इन डिमांड ਇਹਨੂੰ ਅਸੀਂ ਕੀ ਕਹਿੰਦੇ ਆ राइटवर्ड शिफ्टिंग भी कहने दिस इज ऑल्सो नोन एज राइटवर्ड शिफ्टिंग ऑफ डिमांड कर्व क्लीयर होगी गल कि नहीं पहला ₹5 से 10 यूनिट सी फिर ₹5 से कितने हो गए 20 यूनिट्स पहला डी डिमांड कर्व सी हुण D1 डिमांड कर्व आ गया सो दिस इज नोन एज चेंज इन डिमांड हुण मूवमेंट च देखो पहला ₹5 के उपर कितने यूनिट्स क्वांटिटी डिमांडेड सी 10 यूनिट्स हुण ₹1 के उपर कितने हो गए दैट इज 20 यूनिट्स हुण देखो इत्थे डिमांड कर्व ते इत्थे डिमांड कर्व वखरा नहीं बनेगा डिमांड कर्व की बनता पाया सेम ही है मूवमेंट हो गई तुसी ए पॉइंट तो किधरले पॉइंट ते आ गए बी पॉइंट ते मूवमेंट हुई ना सेम डिमांड कर्व ते पहला ₹5 के उपर 10 यूनिट सी फिर ₹1 के उपर कितने आ गए 20 यूनिट्स यू मूव फ्रॉम पॉइंट ए टू बी ऑन द सेम डिमांड कर्व इनू असी की कहने आ डाउनवर्ड मूवमेंट कहने उत्थे असी शिफ्टिंग की न्यू डिमांड कर्व केम इनटू एग्जिस्टेंट इनू असी की कहने आ डाउनवर्ड मूवमेंट कहने ठीक है हुण इहदे कॉजेस देखो असी की क्या सी चेंज इन अदर फैक्टर्स जिहड़े असी बोलदे सी ना चेंज इन अदर फैक्टर्स ये चेंज इन अदर फैक्टर्स किहड़े-किहड़े होए ध्यान नाल देखो जरा सबस्टिट्यूट गुड्स दा प्राइस राइज हो गया मतलब टी दा प्राइस राइज हो जाएगा तो डिमांड फॉर कॉफी इंक्रीजेस फॉल इन प्राइस ऑफ कॉम्प्लीमेंट्री गुड्स पेट्रोल सस्ता हो गया डिमांड फॉर कार्स इंक्रीजेस इनकम ऑफ द बायर इंक्रीजेस टेस्ट एंड प्रेफरेंसेस आर इन फेवर ये कहते हो गए इंक्रीज इन डिमांड दे और इधर की आ गया प्राइस 5 तो कितना हो गया 1 इको ही रीजन हो गया फॉल इन प्राइस ऑफ अ गुड नाउ मूविंग टू द सेकंड टाइप डिक्रीज इन डिमांड क्या आएगा व्हेन डिमांड डिक्रीजेस ड्यू टू चेंज इन अदर फैक्टर्स एक्सेप्ट ऑन प्राइस ऑफ गुड फिर तो देखो डिक्रीज इन डिमांड व्हेन डिमांड डिक्रीजेस ड्यू टू चेंज इन अदर फैक्टर्स एक्सेप्ट ऑन प्राइस ऑफ गुड देखो प्राइस की रहा कांस्टेंट बट डिमांड कितनी होगी 10 यूनिट्स हो गई दैट इज ड्यू टू चेंज इन अदर फैक्टर्स की चेंज आया होगा दैट इज फॉल इन प्राइस ऑफ सब्सटीट्यूट गुड राइज इन प्राइस ऑफ कॉम्प्लीमेंट्री गुड्स पेट्रोल महंगा हो गया डिमांड फॉर कार डिक्रीजेस इनकम ऑफ द बायर डिक्रीजेस टेस्ट एंड प्रेफरेंसेस आर अगेंस्ट इन्ना सारे 4 रीजनस के कारण इत्थे डिमांड कितनी हो गई 20 to 10 यूनिट्स हो गई सो देयर इज डिक्रीज इन डिमांड किस तरह बनावांगे पहला 5 के उपर कितनी सी 20 यूनिट सी ठीक है ए पॉइंट इत्थे सी साडा डिमांड कर्व इत्थे आ गया हुण 5 प्राइस के उपर ही कितने यूनिट्स हो गई डिमांड दैट इज 10 यूनिट्स हो गई हुण साडा डिमांड कर्व कित्थे आ गया D1 असी पिछे नूं चले गए लैफ्ट हैंड साइड के उपर इनू असी बैकवर्ड शिफ्टिंग भी कहांगे लैफ्टवर्ड शिफ्टिंग भी असी कह सकते ठीक है न्यू कर्व केम इनटू एग्जिस्टेंस हुण असी गल करते हैं डिक्रीज इन क्वांटिटी डिमांडेड दी अदर फैक्टर्स रिमेन्स कांस्टेंट विद राइज इन प्राइस क्वांटिटी डिमांडेड डिक्रीजेस प्राइस राइज हो गया 1 to ₹5 क्वांटिटी डिमांडेड जी डिक्रीज हो गई 20 to 10 यूनिट्स इनू असी की कहांगे क्वांटिटी डिमांडेड ओवर हु इज रिस्पॉन्सिबल फॉर इट आंसर इज प्राइस ऑफ गुड सो विद राइज इन प्राइस क्वांटिटी डिमांडेड डिक्रीजेस बट अदर फैक्टर्स रिमेन्स कांस्टेंट इनू असी की कहने दिस इज नोन एज डिक्रीज इन क्वांटिटी डिमांडेड देखो असी पहला कित्थे सी ₹1 के उपर कितने यूनिट सी 20 ए पॉइंट थले सी हुण ₹5 इंक्रीज हो गया प्राइस ओदा क्वांटिटी डिमांडेड कितने हो गए 10 यूनिट्स वी मूव टू पॉइंट बी हुण डिमांड कर्व की रहेगा सेम डी डिमांड कर्व सेम पॉइंट आ गया असी ए पॉइंट तो किधर शिफ्ट हो गए मूव कर गए बी वाल इनू असी की कहने आ अपवर्ड मूवमेंट अलोंग द डिमांड कर्व कहने दिस इज नोन एज अपवर्ड मूवमेंट पहला ₹1 के उपर 20 यूनिट सी हुण ₹5 के उपर कितने हो गए 10 यूनिट्स अपवर्ड मूवमेंट अलोंग द डिमांड कर्व असी किनू कहने दैट इज डिक्रीज इन क्वांटिटी डिमांडेड फिर तो देखो जरा डिक्रीज इन डिमांड नू असी की कहने है गया लैफ्टवर्ड शिफ्टिंग असी कह दिंदे आ डिक्रीज इन क्वांटिटी डिमांडेड इहदे वास्ते कौन रिस्पॉन्सिबल है राइज इन प्राइस ऑफ ए गुड
ਤੇ ਇਹਨੂੰ ਅਸੀਂ ਕੀ ਕਹਿੰਦੇ ਆ, ਅਪਵਰਡ ਮੂਵਮੈਂਟ ਅਲੋਂਗ ਦ ਡਿਮਾਂਡ ਕਰਵ ਕਹਿੰਦੇ। ਸੋ ਇਨ ਟੂਡੇਜ਼ ਟੌਪਿਕ ਵੀ ਲਰਨ ਅਬਾਊਟ, ਅਸੀਂ ਕੀ ਕੀਤਾ, ਚੇਂਜ ਇਨ ਡਿਮਾਂਡ, ਉਹਦਾ ਮੀਨਿੰਗ, ਚੇਂਜ ਇਨ ਡਿਮਾਂਡ ਵਾਸਤੇ ਕੌਣ ਰਿਸਪੌਂਸਿਬਲ ਹੈ, ਹੂ ਇਜ਼ ਰਿਸਪੌਂਸਿਬਲ ਫॉर ਚੇਂਜ ਇਨ ਡਿਮਾਂਡ, ਦੈਟ ਇਜ਼ ਚੇਂਜ ਇਨ ਅਦਰ ਫੈਕਟਰਸ, ਤੇ ਇੱਥੇ ਕੌਨਸਟੈਂਟ ਕੌਣ ਰਹਿੰਦਾ, ਪ੍ਰਾਈਸ। अदर इज चेंज इन क्वांटिटी डिमांडेड, क्वांटिटी डिमांडेड वास्ते कौन रिस्पॉन्सिबल है, चेंज इन प्राइस ऑफ ए गुड, इतने अदर फैक्टर्स रिमेन्स कॉन्स्टेंट, क्वांटिटी डिमांडेड आए अदर फैक्टर्स रिमेन्स कॉन्स्टेंट, डिमांड आवे प्राइस रिमेन्स कॉन्स्टेंट, चेंज इन अदर फैक्टर्स आर रिस्पॉन्सिबल। थैंक यू।